सत श्री अकाल न्यूज़ 18 पंजाब हरियाणा हिमाचल तुसीं देख रहे हो गौरव शुक्ला मैं हां तुहाडे नाल ते एक बार फिर तो असीं हाज़र हां पंजाब दीआं वख-वख सीटां दा हाल लैके अंकड़ियां दे नाल इतिहास दे नाल तुहानूं जाणू करवाउण दे लई और एक बारी फिर असीं कोशिश करांगे कि तुहाडे विधान सभा हलके दा हाल भी तुहाडे तक पहुंचा सकीए। ਅੱਜ शुरुआत करन जा रहे हैं एक हाई प्रोफाइल हलके दे नाल। हलके दा नाम है गिद्दड़बाहा जिथों आउंदे ने राजा वड़िंग जो मौजूदा समय दे विच कैबिनेट मंत्री भी ने। शुरुआत इत्थों ही करन जा रहे हैं। बड़ी जबरदस्त टक्कर इस समय गिद्दड़बाहा दे विच भी नजर आउंदी है क्योंकि राजा वड़िंग नूं टक्कर एक बार फिर तो हरदीप सिंह डिंपी श्रोमणी अकाली दल के उम्मीदवार दे रहे हैं। प्रितपाल शर्मा आम आदमी पार्टी ने चोण मैदान दे विच उतारे ने जबकि ओपी बब्बर पीएलसी यानी पंजाब लोक कांग्रेस तो चोण मैदान दे विच ने। राजा वड़िंग ते डिंपी दे विचाले हरदीप डिंपी और दे भरा सनी दे विचाले जिस तरीके दी शब्दावली रहिंदी है या एक दूजे दे उत्ते निशाने साधदे ने इस करके ये चोण जंग बहुत दिलचस्प हुंदी हुई नजर आ रही है। तुहानूं दिखाने 2017 के अंकड़े की कुछ कहंदे ने। 2017 दे विच इत्थे अमरिंदर सिंह राजा वड़िंग ने जित हासिल की। राजा वड़िंग इत्थे 16,000 तो ज्यादा वोटां दे नाल जित हासिल करन च कामयाब होए सी। 16,212 वोटां दे नाल करीब 46% वोट पई सी और डिंपी ढिल्लों पिछली बार भी चोण मैदान दे विच सी और टक्कर जरूर दी पर 35% तो हेठां ही रह गए और इस करके चोणां दे विच हार दा सामना भी करना पिया। आम आदमी पार्टी गिद्दड़बाहा दे विच मालवे दी सीट है बावजूद इसके क्योंकि मालवे दे विच आम आदमी पार्टी दा पिछली बार एक चंगा ਜਿਹੜਾ ਆਧਾਰ ਵੇਖਣ ਨੂੰ ਮਿਲਿਆ ਸੀ। ਜਿਹੜੀਆਂ ਸੀਟਾਂ ਜ਼ਿਆਦਾ ਆਈਆਂ ਮਾਲਵੇ ਤੋਂ ਆਈਆਂ ਸੀ ਪਰ ਤੀਜੇ ਨੰਬਰ ਦੇ ਉੱਤੇ ਰਹੇ ਸੀ ਗਿੱਦੜਬਾਹਾ ਦੀ ਸੀਟ ਤੋਂ ਆਮ ਆਦਮੀ ਪਾਰਟੀ ਦੇ ਜਗਦੀਪ ਸਿੰਘ। 2017 ਤੇ 2019 ਦੇ ਵਿੱਚ ਵੀ ਕੰਪੇਅਰ ਕਰਕੇ ਦਿਖਾਣੇ ਬਹੁਤ ਦਿਲਚਸਪ ਅੰਕੜੇ ਇਸ ਸੀਟ ਦੇ ਉੱਤੇ ਤੁਹਾਨੂੰ ਨਜ਼ਰ ਆਉਣਗੇ। 2017 ਤੇ 2019 ਦੇ ਅੰਕੜੇ। 2017 ਦੀ ਵਿਧਾਨ ਸਭਾ ਚ ਰਾਜਾ ਵੜਿੰਗ ਜਿੱਤਦੇ ਨੇ ਕਰੀਬ 46% ਵੋਟ ਉਹਨਾਂ ਨੂੰ ਮਿਲੀ ਪਰ ਫਰੀਦਕੋਟ ਦੀ ਲੋਕ ਸਭਾ ਹਲਕੇ ਦੇ ਵਿੱਚ ਇਹ ਵੋਟ ਪਰਸੈਂਟੇਜ ਘਟ ਗਿਆ ਔਰ 40% ਦੇ ਨੇੜੇ ਪਹੁੰਚ ਗਿਆ। 40% ਤੋਂ ਵੀ ਘਟ ਗਿਆ ਜਦਕਿ श्रोमणी अकाली दल ने 34% गिद्दड़बाहा दे विच 2017 च वोटां हासिल कीतियां सी जो वध के 42% हुईयां ने। करीब 7-8% का फायदा होया। आम आदमी पार्टी का ग्राफ डिग गया 18-18.5% तो 10-10.5% के उत्ते पहुंच गए। तो गिद्दड़बाहा की स्थिति है खास है कि 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਰਾਜਾ ਵੜਿੰਗ ਵੀ ਚੋਣ ਮੈਦਾਨ ਦੇ ਵਿੱਚ ਉਤਰੇ ਸੀ। ਹਰਸਿਮਰਤ ਕੌਰ ਬਾਦਲ ਦੇ ਖਿਲਾਫ ਜਿੱਤ ਨਹੀਂ ਸਕੇ ਸੀ ਪਰ ਵਿਧਾਨ ਸਭਾ ਦੇ ਵਿੱਚ ਜ਼ਰੂਰ ਪਹੁੰਚੇ ਹੋਏ ਨੇ। ਗਿੱਦੜਬਾਹਾ ਦੇ ਲੋਕ ਕੀ ਕੁਝ ਕਹਿ ਰਹੇ ਨੇ ਉਹ ਤੁਹਾਨੂੰ ਸੁਣਾਵਾਂਗੇ। ਹਜੇ ਤੱਕ ਜੋ ਵੀ ਇਲੈਕਸ਼ਨਾਂ ਦਾ ਜੋ ਦੌਰ ਚੱਲ ਰਿਹਾ ਹੈ ਹਜੇ ਇਹ ਕਹਿਣਾ ਮੁਸ਼ਕਿਲ ਹੋਵੇਗਾ ਵੀ ਕੌਣ ਕਿਹੜੀ ਪਾਰਟੀ ਮੈਜੋਰਟੀ ਨਾਲ ਸਰਕਾਰ ਬਣਾਏਗੀ। ਹੋ ਸਕਦਾ ਹੈ ਵੀ ਨੰਬਰਸ ਹੈ ਜਿਹੜੇ ਇਹ ਨਤੀਜਿਆਂ ਤੋਂ ਬਾਅਦ ਹੀ ਪਤਾ ਲੱਗਣਗੇ। ਮੈਜੋਰਟੀ ਮਿਲਦੀ ਤਾਂ ਨਹੀਂ ਨਜ਼ਰ ਆ ਰਹੀ ਜੀ। ਮੈਨੂੰ ਲੱਗਦਾ ਇਸ ਵਾਰੀ ਸਰਕਾਰ ਨਾਲ ਮਿਲ ਕੇ ਬਣੂਗੀ ਕਿਉਂਕਿ ਬਹੁਤ ਧਿਰਾਂ ਖੜੀਆਂ ਹੋ ਗਈਆਂ। ਪਹਿਲਾਂ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਤੀਜੀ ਆਮ ਆਦਮੀ ਪਾਰਟੀ ਆਈ ਸੀ। ਤਾਂ ਗਿੱਦੜਬਾਹਾ ਤੋਂ ਅਸੀਂ ਬਾਅਦ ਅੱਗੇ ਵਧਦੇ ਤੇ ਹੁਣ ਗੱਲ ਹੋਵੇਗੀ ਮਾਲਵੇ ਦੀ ਇੱਕ ਹੋਰ ਸੀਟ ਦੀ। ਮੋਗਾ ਜ਼ਿਲ੍ਹਾ ਦੇ ਬਾਗਾ ਪੁਰਾਣਾ ਦੀ। ਬਾਗਾ ਪੁਰਾਣਾ ਦੇ ਸਮੀਕਰਨ ਕੀ ਕਹਿੰਦੇ ਨੇ। ਇੱਥੋਂ ਦਰਸ਼ਨ ਬਰਾੜ ਆਉਂਦੇ ਨੇ ਕਾਂਗਰਸ ਦੇ ਵਿਧਾਇਕ ਜੋ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਬਹੁਤ ਖੁੱਲ ਕੇ ਬੋਲਦੇ ਨਜ਼ਰ ਆਏ ਸੀ ਔਰ ਬਾਗਾ ਪੁਰਾਣਾ ਦੇ ਵਿੱਚ ਇਸ ਵਾਰ ਦਰਸ਼ਨ ਸਿੰਘ ਬਰਾੜ ਨੂੰ ਇੱਕ ਵਾਰ ਫਿਰ ਤੋਂ ਕਾਂਗਰਸ ਨੇ ਟਿਕਟ ਦਿੱਤੀ ਹੈ। ਮੌਜੂਦਾ ਵਿਧਾਇਕ ਨੇ ਤੀਰਥ ਸਿੰਘ ਮਾਲਾ ਜੋ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ। ਅੰਮ੍ਰਿਤਪਾਲ ਸਿੰਘ ਸੁਖਾਨੰਦ ਆਮ ਆਦਮੀ ਪਾਰਟੀ ਨੇ ਚੋਣ ਮੈਦਾਨ ਦੇ ਵਿੱਚ ਉਤਾਰੇ ਨੇ ਜਦਕਿ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਕੋਲ ਇਹ ਸੀਟ ਹੈ। ਜਗਤਾਰ ਸਿੰਘ ਰਾਜੇਆਣਾ ਨੂੰ ਉਮੀਦਵਾਰ ਬਣਾਇਆ ਗਿਆ। ਇੱਥੇ ਗੱਲ ਕਰੀਏ ਤਾਂ ਕਰੀਬ 7-7.5 ਵੋਟਾਂ ਦੇ ਨਾਲ ਜਿੱਤ ਹਾਸਲ ਕਰਨ ਚ ਦਰਸ਼ਨ ਬਰਾੜ ਕਾਮਯਾਬ ਹੋਏ ਸਨ ਔਰ ਖਾਸ ਇਹ ਹੈ ਕਿ ਦਰਸ਼ਨ ਸਿੰਘ ਬਰਾੜ ਤੇ ਉਹਨਾਂ ਦੇ ਬੇਟੇ ਖਾਸ ਤੌਰ ਤੇ ਅਕਾਲੀ ਦਲ ਦੇ ਉੱਤੇ ਬਹੁਤ ਹਮਲਾਵਰ ਨਜ਼ਰ ਆਏ ਨੇ। ਦਰਸ਼ਨ ਬਰਾੜ ਨੇ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਵੀ ਮੋਰਚਾ ਖੋਲਿਆ ਹੋਇਆ ਸੀ ਜਦੋਂ ਉਹ ਮੁੱਖ ਮੰਤਰੀ ਵੀ ਸੀ ਤੇ ਉਸ ਤੋਂ ਬਾਅਦ 2017 ਤੇ 19 ਨੂੰ ਕੰਪੇਅਰ ਕਰੀਏ ਤਾਂ 35-35% ਵੋਟ ਮਿਲੀ ਸੀ ਔਰ ਫਰੀਦਕੋਟ ਦੇ ਵਿੱਚ ਆਉਂਦਾ ਹੈ ਹਲਕਾ ਔਰ 38% ਵੋਟ ਵਧੀ ਹੈ ਯਾਨੀ ਕਿ ਬਾਗਾ ਪੁਰਾਣਾ ਦੇ ਵਿੱਚ ਕਾਂਗਰਸ ਦੀ ਵੋਟ 2017 ਦੇ ਮੁਕਾਬਲੇ 19 ਦੇ ਵਿੱਚ ਵਧੀ ਔਰ ਆਮ ਆਦਮੀ ਪਾਰਟੀ ਦੀ 30% ਤੋਂ 13% ਦੇ ਉੱਤੇ ਆ ਗਈ ਜਦਕਿ ਅਕਾਲੀ ਦਲ ਦੀ ਵੀ 30% ਤੋਂ ਕਰੀਬ 38% ਪਹੁੰਚ ਗਈ। ਇੱਕ ਚੀਜ਼ ਬਹੁਤ ਕਲੀਅਰ ਹੋਈ ਹੈ ਲੋਕ ਸਭਾ ਚੋਣਾਂ ਦੇ ਵਿੱਚ ਕਿ ਆਮ ਆਦਮੀ ਪਾਰਟੀ ਦਾ ਗ੍ਰਾਫ ਬਹੁਤ ਹੇਠਾਂ ਗਿਆ ਹੈ। ਦੋਵੇਂ ਇਲੈਕਸ਼ਨ ਅਲੱਗ ਮੁੱਦਿਆਂ ਦੇ ਉੱਤੇ ਹੁੰਦੇ ਨੇ ਅਲੱਗ ਚਿਹਰਿਆਂ ਦੇ ਉੱਤੇ ਹੁੰਦੇ ਨੇ ਇਸ ਕਰਕੇ ਜ਼ਿਆਦਾ ਕੰਪੇਅਰ ਨਹੀਂ ਪਰ ਇਹ ਜ਼ਰੂਰ ਦੱਸਣ ਦੀ ਕੋਸ਼ਿਸ਼ ਕਰ ਰਹੇ ਕਿ ਜਿਹੜੇ ਮੌਜੂਦਾ ਉੱਥੇ ਵਿਧਾਇਕ ਨੇ ਜਾਂ ਆਗੂ ਹੁੰਦੇ ਨੇ ਉਹ ਕਿਸ ਤਰੀਕੇ ਨਾਲ ਆਪਣੀ ਪਾਰਟੀ ਦੀ ਵੋਟ ਨੂੰ ਸੰਭਾਲਦੇ ਨੇ। ਤਾਂ ਕਾਂਗਰਸ ਤਾਂ ਸੰਭਾਲਣ ਚ ਕਾਮਯਾਬ ਰਹੀ ਔਰ ਅਕਾਲੀ ਦਲ ਵੀ ਪਰ ਆਮ ਆਦਮੀ ਪਾਰਟੀ ਨੂੰ ਜ਼ਰੂਰ ਉੱਥੇ ਝਟਕਾ ਲੱਗਿਆ ਸੀ। ਸੁਣਵਾਉਂਦੇ ਹਾਂ ਬਾਗਾ ਪੁਰਾਣਾ ਦੇ ਲੋਕ ਕੀ ਕਹਿ ਰਹੇ ਕਿਉਂ ਮੁੱਦੇ ਕੀ ਹੋਣੇ ਚਾਹੀਦੇ ਆ। ਬਸ ਇੰਨਾ ਟਾਈਮ ਹੋ ਗਿਆ ਉਹਨਾਂ ਨੂੰ ਢੂਆ ਕਟਾਈ ਜਾਂਦਿਆਂ ਨੂੰ ਬਈ ਇਹਨਾਂ 5 ਸਾਲੇ ਵੀ ਵੇਖ ਲੈਂਦੇ ਆ ਜਿੱਥੇ ਇੰਨਾ ਟਾਈਮ ਉਹਨਾਂ ਨੂੰ ਦੇਤਾ। ਸਰਕਾਰ ਵਧੀਆ ਬਣੇ ਜਿਹੜੀ ਵੀ ਬਣੇ ਲੋਕਾਂ ਕਿਸੇ ਦੀ ਬਣੇ ਦੇਖੋ ਸਰਕਾਰ ਤਾਂ ਲੋਕਾਂ ਦੇ ਉੱਤੇ ਡਿਪੈਂਡ ਹੈ। ਸਰਕਾਰ ਦਾ ਅਸੀਂ ਤਾਂ ਅਕਾਲੀਆਂ ਨੇ ਚਾਹੁੰਦੇ ਆ ਸਾਰੇ ਉਹਦਾ ਕਰਕੇ ਖਾਣਾ ਲੋਕਾਂ ਨੇ ਉਹਨਾਂ ਦੇ ਸਰਕਾਰ ਵਧੀਆ ਹੋਣੀ ਚਾਹੀਦੀ ਹੈ ਇੰਨੇ ਨਾਲ ਹੀ ਸਾਰਾ ਕੰਮ ਚੱਲੀ ਜਾਵੇ ਪੰਜਾਬ ਦੇ ਵਿੱਚ। ਹੁਣ ਅੱਗੇ ਵਧਦੇ ਤੇ ਮਾਲਵੇ ਦੀ ਇੱਕ ਹੋਰ ਸੀਟ ਦਾ ਜ਼ਿਕਰ ਕਰਾਂਗੇ ਤੇ ਰੁਕ ਕਰਾਂਗੇ ਅਸੀਂ ਚੰਡੀਗੜ੍ਹ ਵਾਲੇ ਪਾਸੇ ਦਾ ਰਾਜਪੁਰੇ ਦਾ। ਰਾਜਪੁਰਾ ਪਟਿਆਲਾ ਦਾ
ਵਿਧਾਨ ਸਭਾ ਹਲਕਾ ਹੈ, ਪਟਿਆਲਾ ਜ਼ਿਲ੍ਹੇ ਦੇ ਵਿੱਚ ਆਉਂਦਾ ਹੈ ਤੇ ਰਾਜਪੁਰਾ ਦੇ ਵਿੱਚ ਕੀ ਸਥਿਤੀ ਆ ਉਹ ਵੀ ਤੁਹਾਨੂੰ ਦੱਸਦੇ ਹਾਂ। ਰਾਜਪੁਰਾ ਦੇ ਵਿੱਚ ਪਿਛਲੀ ਵਾਰ ਕੀ ਕੁਝ ਹਾਲ ਸੀ ਉਹ ਦਿਖਾਵਾਂਗੇ, ਪਰ ਇਸ ਵਾਰ ਹਰਦਿਆਲ ਸਿੰਘ ਕੰਬੋਜ ਮੌਜੂਦਾ ਵਿਧਾਇਕ ਨੇ ਇੱਕ ਵਾਰ ਫਿਰ ਤੋਂ ਕਾਂਗਰਸ ਨੇ ਉਹਨਾਂ ਨੂੰ ਉਮੀਦਵਾਰ ਬਣਾਇਆ ਹੈ ਔਰ ਚਰਨਜੀਤ ਸਿੰਘ ਬਰਾੜ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਇਸ ਵਾਰ ਉਤਾਰੇ ਗਏ ਨੇ। ਅਕਾਲੀ ਦਲ ਨੇ ਨੀਨਾ ਮਿੱਤਲ ਨੂੰ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਹੈ। ਨੀਨਾ ਮਿੱਤਲ ਲੋਕ ਸਭਾ ਚੋਣਾਂ ਵੀ ਲੜਦੇ ਹੋਏ ਨਜ਼ਰ ਆਏ ਸੀ, ਪਟਿਆਲਾ ਤੋਂ ਜਿੱਤ ਨਹੀਂ ਸਕੇ। ਉਧਰੋਂ ਜਗਦੀਸ਼ ਕੁਮਾਰ ਜੱਗਾ ਬੀਜੇਪੀ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਨੇ। ਇੱਥੇ ਹਰਜੀਤ ਗਰੇਵਾਲ ਵੀ ਦਾਅਵੇਦਾਰ ਸੀ ਪਰ ਉਹਨਾਂ ਨੂੰ ਟਿਕਟ ਨਹੀਂ ਮਿਲੀ। ਖਾਸ ਇਹ ਵੀ ਹੈ ਕਿ ਜਗਦੀਸ਼ ਕੁਮਾਰ ਜੱਗਾ ਇਹ ਰਾਜਪੁਰਾ ਦੇ ਵਿੱਚ ਭਾਵਲਪੁਰ ਬਰਾਦਰੀ ਦੇ ਲੋਕ ਬਹੁਤ ਵੱਡੀ ਗਿਣਤੀ 'ਚ ਰਹਿੰਦੇ ਨੇ ਤੇ ਉਹਨਾਂ ਦੇ ਨਾਲ ਵੀ ਸੰਬੰਧ ਰੱਖਦੇ ਨੇ, ਇਸ ਕਰਕੇ ਵੀ ਬੀਜੇਪੀ ਨੇ ਉਹਨਾਂ ਨੂੰ ਮੌਕਾ ਦਿੱਤਾ ਹੈ। ਖੈਰ 2017 ਦੇ ਅੰਕੜਿਆਂ ਦੇ ਉੱਤੇ ਅਸੀਂ ਨਜ਼ਰ ਪਾਈਏ ਤਾਂ 59,000 ਤੋਂ ਜ਼ਿਆਦਾ ਵੋਟਾਂ ਮਿਲੀਆਂ ਹਰਦਿਆਲ ਕੰਬੋਜ ਨੂੰ। ਆਸ਼ੂਤੋਸ਼ ਜੋਸ਼ੀ ਦੂਜੇ ਨੰਬਰ ਦੇ ਉੱਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਹੇ, ਜਦਕਿ ਤੀਜੇ ਨੰਬਰ ਦੇ ਉੱਤੇ ਹਰਜੀਤ ਸਿੰਘ ਗਰੇਵਾਲ ਰਹੇ ਸੀ ਬੀਜੇਪੀ ਦੇ ਉਮੀਦਵਾਰ। ਹਾਲਾਂਕਿ ਇਸ ਵਾਰ ਉਹਨਾਂ ਨੂੰ ਟਿਕਟ ਨਹੀਂ ਮਿਲੀ ਹੈ ਔਰ ਜਿੱਤ ਦਾ ਅੰਤਰ ਦੇਖੋ, ਬਹੁਤ ਜ਼ਬਰਦਸਤ ਜਿੱਤ ਹਾਸਲ ਹੋਈ ਹੈ। 32,000 ਵੋਟਾਂ ਤੋਂ ਜ਼ਿਆਦਾ ਜਿੱਤ ਹਾਸਲ ਹੋਈ ਹੈ ਹਰਦਿਆਲ ਕੰਬੋਜ ਨੂੰ, ਬਹੁਤ ਵੱਡਾ ਅੰਕੜਾ ਹੈ। 2017 ਤੇ 19 ਦੇ ਵਿੱਚ ਕੰਪੇਅਰ ਕਰਾਂਗੇ, ਪਟਿਆਲਾ ਲੋਕ ਸਭਾ ਦਾ ਹਲਕਾ ਹੈ, ਰਾਜਪੁਰਾ ਵੀ, ਔਰ ਰਾਜਪੁਰਾ ਦੇ ਵਿੱਚ 40-40% ਵੋਟ 2017 ਚ ਪੈਂਦੀ ਹੈ ਤੇ ਉਸ ਨੂੰ ਬਚਾਉਣ ਚ ਕਾਮਯਾਬ ਰਹਿੰਦੇ ਨੇ। ਕਰੀਬ 45% ਵੋਟ ਪੈ ਜਾਂਦੀ ਹੈ, ਜਦਕਿ ਬੀਜੇਪੀ ਨੂੰ 15% ਵੋਟ ਹਾਸਲ ਹੋਈ ਸੀ, ਉਹ ਵੱਧ ਕੇ 38% ਹੋ ਗਈ ਲੋਕ ਸਭਾ ਚੋਣਾਂ ਦੇ ਵਿੱਚ। ਖਾਸ ਇਹ ਹੈ ਕਿ ਅਕਾਲੀ ਦਲ ਦੇ ਕੋਲ ਸੀਟ ਹੁੰਦੀ ਹੈ। ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਗ੍ਰਾਫ ਇੱਥੇ ਬਹੁਤ ਹਿੱਟ ਆ ਗਿਆ। 20% ਵੋਟ 2017 ਚ ਮਿਲੀ ਸੀ, 20% ਤੋਂ ਜ਼ਿਆਦਾ ਕਰੀਬ 21% ਜੋ 4-4.5% ਦੇ ਉੱਤੇ ਪਹੁੰਚ ਗਈ। ਸੁਣਾਉਂਦੇ ਹਾਂ ਕੀ ਕੁਝ ਕਹਿ ਰਹੇ ਨੇ ਰਾਜਪੁਰਾ ਦੇ ਲੋਕ। ਦੇਖੋ ਜੀ, ਸਰਕਾਰ ਤਾਂ ਐਵੇਂ ਆ ਜੀ ਵੀ ਇਲੈਕਸ਼ਨ ਤੋਂ ਬਾਅਦ ਪਤਾ ਲੱਗਦਾ ਵੀ ਕੀ ਸਰਕਾਰ ਆਏਗੀ, ਪਰ ਮੇਰੇ ਅਕੋਰਡਿੰਗ ਜਿਹੜੀ ਸਰਕਾਰ ਆ ਕੇ ਕੰਮ ਕਰੇ ਨਾ ਉਹਦੀ ਸਰਕਾਰ ਆਉਣਾ ਚਾਹੀਦਾ ਜੀ। ਆਣੀ ਚਾਹੀਦੀ ਹੈ ਸਰਕਾਰ ਇਮਾਨਦਾਰ, ਕੋਈ ਵਿਕਾਸ ਕਰੇ ਰਾਜਪੁਰੇ ਦਾ, ਪੰਜਾਬ ਦਾ ਸਿਰਫ ਕਰੇ। ਜਿਹੜੇ ਬੇਰੁਜ਼ਗਾਰ ਹੈ ਸਾਰੇ ਉਹਨਾਂ ਦਾ ਸਾਰਾ ਕੰਮ ਮਿਲਣਾ ਚਾਹੀਦਾ ਹੈ। ਜਿਵੇਂ ਸਾਡੇ ਦਾ ਰਾਜਪੁਰੇ ਐਵੇਂ ਹੈ, ਪਾਣੀ ਨਹੀਂ ਆਉਂਦਾ, ਸਾਰਾ ਗੰਦਾ ਪਾਣੀ ਆਉਂਦਾ ਉਰੇ। ਭਾਰਤੀ ਜਨਤਾ ਪਾਰਟੀ ਦੀ ਸ਼ਹਿਰ ਦੇ ਜਿਹੜੇ ਵੀ ਕੰਮ ਹੈ ਉਨੇ ਵੀ ਕੰਮ ਹੈ ਜੋ ਵੀ ਹੋਣੇ ਚਾਹੀਦੇ ਆ। ਸਰਕਾਰ ਦੇਖੋ ਜੀ ਇਮਾਨਦਾਰ ਬੰਦੇ ਦੀ ਬਣਨੀ ਚਾਹੀਦੀ ਹੈ ਜਿਹੜਾ ਆ ਕੇ ਵਿਕਾਸ ਕਰੇ ਰਾਜਪੁਰ ਦਾ ਵੀ ਪੰਜਾਬ ਦਾ ਵੀ। ਇੱਕ ਨੌਜਵਾਨ ਹੁਣ ਅਗਲੀ ਸੀਟ ਦਾ ਜ਼ਿਕਰ ਕਰਦੇ ਹਾਂ। ਮਾਨਸਾ ਦੀ ਇਹ ਸੀਟ ਹੈ ਬੁਢਲਾਡਾ ਦੇ ਵਿੱਚ ਕੀ ਕੁਝ ਸਮੀਕਰਨ ਰਹੇ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ, ਪਰ ਪਹਿਲਾਂ ਜਿਹੜੇ ਉਮੀਦਵਾਰ ਨੇ ਬੁਢਲਾਡਾ ਦੇ ਉਹ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਆਉਣਗੇ। ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਡਾਕਟਰ ਨਿਸ਼ਾਨ ਸਿੰਘ ਨੂੰ ਬਣਾਇਆ ਗਿਆ ਉਮੀਦਵਾਰ। ਰਣਵੀਰ ਸਿੰਘ ਮਿਆਂ ਇਹ ਕਾਂਗਰਸ ਦੇ ਉਮੀਦਵਾਰ ਇਸ ਵਾਰ ਬਣਾਏ ਗਏ ਨੇ। ਮਹਿਲਾ ਚਿਹਰੇ ਨੂੰ ਉਤਾਰਿਆ ਹੈ। ਬੁਢਲਾਡਾ ਦੀ ਸੀਟ ਤੋਂ ਪ੍ਰਿੰਸੀਪਲ ਬੁੱਧਰਾਮ ਆਮ ਆਦਮੀ ਪਾਰਟੀ ਤੋਂ ਆਉਂਦੇ ਨੇ, ਜਦਕਿ ਸੂਬੇਦਾਰ ਭੋਲਾ ਸਿੰਘ ਹਸਨਪੁਰ ਪੀਐਲਸੀ ਤੋਂ ਯਾਨੀ ਬੀਜੇਪੀ ਗਠਜੋੜ ਤੋਂ। ਪ੍ਰਿੰਸੀਪਲ ਬੁੱਧਰਾਮ ਪਿਛਲੀ ਵਾਰ ਵੀ ਵਿਧਾਇਕ ਚੁਣੇ ਗਏ ਸਨ ਆਮ ਆਦਮੀ ਪਾਰਟੀ ਦੇ ਹਿੱਸੇ। ਇਹ ਸੀਟ ਗਈ ਸੀ ਮਾਨਸਾ ਔਰ ਸੰਗਰੂਰ ਬਰਨਾਲਾ, ਇੱਥੇ ਚੰਗਾ ਆਧਾਰ ਵੇਖਣ ਨੂੰ ਆਮ ਆਦਮੀ ਪਾਰਟੀ ਦਾ ਮਿਲਿਆ ਸੀ। ਤਾਂ 52,000 ਤੋਂ ਜ਼ਿਆਦਾ ਵੋਟ ਪਈ ਪ੍ਰਿੰਸੀਪਲ ਬੁੱਧਰਾਮ ਨੂੰ ਔਰ ਜਿੱਤ ਉਹਨਾਂ ਨੇ ਹਾਸਲ ਕੀਤੀ 32.5% ਸੀ, ਪਰ ਸਿਰਫ 1200 ਵੋਟਾਂ ਦੇ ਨਾਲ ਜਿੱਤ ਹਾਸਲ ਕੀਤੀ ਸੀ। ਇਸ ਦੇ ਉੱਤੇ ਤੁਸੀਂ ਫੋਕਸ ਕਰੋ। 1276 ਵੋਟਾਂ ਦੇ ਨਾਲ ਜਿੱਤ ਹੁੰਦੀ ਹੈ, ਪਰ 1200 ਦੇ ਨਾਲ ਬਹੁਤ ਕਲੋਜ਼ ਫਾਈਟ ਸੀ। ਇਸ ਦਾ ਮਤਲਬ ਯਾਨੀ ਕਿ ਦੂਜੇ ਨੰਬਰ ਵਾਲੇ ਜਿਹੜੇ ਕਾਂਗਰਸ ਦੇ ਸੀ ਰਣਜੀਤ ਕੌਰ ਭੱਟੀ, ਪਿਛਲੀ ਵਾਰ ਵੀ ਮਹਿਲਾ ਉਮੀਦਵਾਰ ਸੀ, ਉਹ ਜਿੱਤ ਹਾਸਲ ਨਹੀਂ ਕਰ ਸਕੇ ਸੀ। ਕੰਪੇਅਰ ਕਰਦੇ ਹਾਂ ਅਸੀਂ ਹੁਣ 2000 ਨਿਸ਼ਾਨ ਸਿੰਘ ਅਕਾਲੀ ਦਲ ਦੇ ਪਿਛਲੀ ਵਾਰ ਵੀ ਸੀ, ਕਰੀਬ 31% ਵੋਟ ਉਹਨਾਂ ਨੂੰ ਜ਼ਰੂਰ ਪਈ ਸੀ। ਕੰਪੇਅਰ ਕਰਦੇ ਹਾਂ 2017 ਤੇ 19 ਦੇ ਵਿੱਚ ਬਠਿੰਡਾ ਲੋਕ ਸਭਾ ਹਲਕੇ ਦੇ ਵਿੱਚ ਹੀ ਆਉਂਦਾ ਬੁਢਲਾਡਾ ਵੀ, ਔਰ ਆਮ ਆਦਮੀ ਪਾਰਟੀ ਨੂੰ ਇੱਥੇ 32% ਵੋਟ ਪਈ ਸੀ ਜੋ ਘਟ ਕੇ 16% ਦੇ ਉੱਤੇ ਆ ਗਈ। ਆਮ ਆਦਮੀ ਪਾਰਟੀ ਦਾ ਗ੍ਰਾਫ ਲੋਕ ਸਭਾ ਚੋਣਾਂ 'ਚ ਬਹੁਤ ਹੇਠਾਂ ਗਿਆ, ਇਹ ਜ਼ਰੂਰ ਉਹਨਾਂ ਦੇ ਲਈ ਚਿੰਤਾ ਵਾਲਾ ਵਿਸ਼ਾ ਹੈ। ਕਾਂਗਰਸ ਦੀ ਵੋਟ 31.5% ਸੀ, ਵੱਧ ਕੇ 34 ਕਰੀਬ 35% ਹੋ ਗਈ, ਜਦਕਿ ਅਕਾਲੀ ਦਲ ਦੀ 31.25% ਸੀ ਤਾਂ ਵੱਧ ਕੇ 40.5% ਤੋਂ ਜ਼ਿਆਦਾ ਹੋ ਗਈ। ਬਠਿੰਡਾ ਦੇ ਵਿੱਚ ਅਕਾਲੀ ਦਲ ਨੇ ਜਿੱਤ ਹਾਸਲ ਕੀਤੀ ਸੀ। ਹਰਸਿਮਰਤ ਕੌਰ ਬਾਦਲ ਉੱਥੋਂ MP ਨੇ। ਕੀ ਕੁਝ ਕਹਿ ਰਹੇ ਨੇ ਬੁਢਲਾਡਾ ਦੇ ਲੋਕ ਉਹ ਵੀ ਜੋ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਡਾਕਟਰ ਨਿਸ਼ਾਨ ਸਿੰਘ ਜੀ ਤੇ ਆਪਣੇ ਸੁਖਬੀਰ ਸਿੰਘ ਬਾਦਲ ਜੀ ਮੁੱਖ ਮੰਤਰੀ, ਇਹਨਾਂ ਨੂੰ ਪਸੰਦ ਕਰਦੇ ਆ। ਲੋਕ ਅੱਕ ਚੁੱਕੇ ਨੇ ਇਹਨਾਂ ਤੋਂ। ਝਾੜੂ ਵਾਲਿਆਂ ਤੋਂ ਲੋਕ 20 MLA ਬਣੇ, ਇਹਨਾਂ ਦੇ 12 ਭੱਜ ਗਏ। ਇਹਨਾਂ ਦੇ ਲੋਕ ਵਿਸ਼ਵਾਸ ਨਹੀਂ ਹੁਣ ਕਰਨਗੇ ਤੇ ਕਿਉਂਕਿ ਵੋਟ ਲੋਕ ਹੁਣ ਅਕਾਲੀ ਦਲ ਨੂੰ ਪਾਉਣੀ ਚਾਹਣਗੇ। ਸਰਕਾਰ ਹੀ ਸ਼੍ਰੋਮਣੀ ਅਕਾਲੀ ਦਲ ਦੀ ਆਊਗੀ ਇਸ ਤੋਂ ਬਾਅਦ 2022 ਦੇ ਵਿੱਚ, ਕਿਉਂਕਿ ਉਹ ਰੁਜ਼ਗਾਰ ਵੀ ਦੇਣਗੇ, ਸਾਨੂੰ ਸਿੱਖਿਆ ਵੀ ਦੇਣਗੇ, ਹੋਰ ਅਨੇਕਾਂ ਪ੍ਰਾਪਤੀਆਂ ਵੀ 10 ਸਾਲ ਸਰਕਾਰ ਨੇ ਕੰਮ ਕੀਤੇ ਆ ਜੀ। ਉਹਨਾਂ ਨੂੰ ਦੇਖ ਕੇ ਮੱਦੇਨਜ਼ਰ ਰੱਖਦੇ ਲੋਕ ਅਕਾਲੀ ਦਲ ਨੂੰ ਵੋਟ ਪਾਉਣਗੇ। ਹੁਣ ਅੱਗੇ ਵਧਦੇ ਤੇ ਰੁਕ ਕਰਾਂਗੇ ਮਾਝੇ ਦੀ ਸੀਟ ਸ਼੍ਰੀ ਹਰਗੋਬਿੰਦਪੁਰ। ਇਹ ਸੀਟ ਵੀ ਬਹੁਤ ਚਰਚਾ ਦੇ ਵਿੱਚ ਪਿਛਲੇ ਕੁਝ ਦਿਨਾਂ ਦੇ ਵਿੱਚ ਰਹੀ ਹੈ ਤੇ ਇੱਥੇ ਕੌਣ-ਕੌਣ ਮੁਕਾਬਲੇ ਦੇ ਵਿੱਚ ਆਉ ਤੁਹਾਨੂੰ ਦੱਸਦੇ ਹਾਂ। ਰਾਜਨਵੀਰ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ, ਮਨਦੀਪ ਸਿੰਘ
ਰੰਗਣ ਨੰਗਲ ਨੂੰ ਕਾਂਗਰਸ ਨੇ ਉਮੀਦਵਾਰ ਬਣਾਇਆ, ਜਦਕਿ ਐਡਵੋਕੇਟ ਅਮਰਪਾਲ ਸਿੰਘ ਆਮ ਆਦਮੀ ਪਾਰਟੀ ਦੇ ਨੇ, ਬਲਜਿੰਦਰ ਸਿੰਘ ਦਕੋਹਾ ਬੀਜੇਪੀ ਦੇ ਉਮੀਦਵਾਰ ਨੇ। ਕਾਂਗਰਸ ਦੀ ਇਹ ਸੀਟ ਹੈ। ਕਾਂਗਰਸ ਨੇ ਟਿਕਟ ਕੱਟ ਕੇ ਆਪਣੇ ਵਿਧਾਇਕ ਦੀ ਇੱਕ ਨਵਾਂ ਚਿਹਰਾ ਮਨਦੀਪ ਸਿੰਘ ਰੰਗਣ ਨੰਗਲ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ। 2017 ਦੇ ਅੰਕੜੇ ਆਣਗੇ, ਤੁਹਾਨੂੰ ਪਤਾ ਲੱਗੇਗਾ ਕੌਣ ਨੇ ਉੱਥੋਂ 2017 ਦੇ ਵਿੱਚ ਜਿੱਤੇ ਹੋਏ ਵਿਧਾਇਕ ਬਲਵਿੰਦਰ ਸਿੰਘ ਲਾਡੀ, ਜੋ ਬੀਜੇਪੀ ਦੇ ਵਿੱਚ ਚਲੇ ਗਏ ਸੀ। ਇੱਕ ਹਫ਼ਤੇ ਬਾਅਦ ਹੀ ਫਤਿਹਜੰਗ ਬਾਜਵਾ ਦੇ ਨਾਲ ਲਾਡੀ ਗਏ ਸੀ ਬੀਜੇਪੀ ਦੇ ਵਿੱਚ, ਇੱਕ ਹਫ਼ਤੇ ਬਾਅਦ ਹੀ ਕਾਂਗਰਸ ਦੇ ਵਿੱਚ ਵਾਪਸੀ ਕਰਦੇ ਨੇ, ਪਰ ਟਿਕਟ ਕੱਟੀ ਗਈ। 18,000 ਤੋਂ ਜ਼ਿਆਦਾ ਵੋਟਾਂ ਦੇ ਨਾਲ ਜਿੱਤ ਹਾਸਲ ਕਰਨ 'ਚ ਕਾਮਯਾਬ ਰਹੇ ਸੀ ਲਾਡੀ, ਔਰ 40% ਤੋਂ ਜ਼ਿਆਦਾ ਕਰੀਬ 46% ਵੋਟਾਂ ਪਈਆਂ ਸੀ। ਦੂਜੇ ਨੰਬਰ ਦੇ ਉੱਤੇ ਅਕਾਲੀ ਦਲ ਰਹੀ, ਤੀਜੇ ਨੰਬਰ ਦੇ ਉੱਤੇ ਆਮ ਆਦਮੀ ਪਾਰਟੀ ਰਹੀ। ਆਮ ਆਦਮੀ ਪਾਰਟੀ ਨੂੰ ਇੱਥੇ ਕਰੀਬ 20% ਹੀ ਵੋਟ ਪਈ ਸੀ। 2017 ਤੇ 2019 ਨੂੰ ਕੰਪੇਅਰ ਵੀ ਕਰਾਂਗੇ ਕਿ ਆਖਿਰ ਕੀ ਕੁਝ ਸਮੀਕਰਨ ਕਹਿੰਦੇ ਨੇ, 2017 ਤੇ 19 ਦੇ ਵਿੱਚ ਕੀ ਫਰਕ ਹੈ। 2017 ਦੇ ਵਿੱਚ ਕਰੀਬ 46% ਵੋਟ ਜਿਹੜੀ ਕਾਂਗਰਸ ਨੂੰ ਪਈ, ਉਹ ਗੁਰਦਾਸਪੁਰ ਹਲਕੇ ਦੇ ਵਿੱਚ, ਗੁਰਦਾਸਪੁਰ ਦਾ ਹਿੱਸਾ ਇਹ ਲੋਕ ਸਭਾ ਸੀਟ ਦੇ ਵਿੱਚ ਆਉਂਦਾ ਹੈ। ਸ਼੍ਰੀ ਹਰਗੋਬਿੰਦਪੁਰ, ਇੱਥੇ 53% ਤੋਂ ਜ਼ਿਆਦਾ ਸੁਨੀਲ ਜਾਖੜ ਨੂੰ ਵੋਟ ਪਈ ਸੀ, ਹਾਲਾਂਕਿ ਉਹ ਹਾਰ ਗਏ ਸੀ। ਅਕਾਲੀ ਦਲ ਦੀ 31% ਤੋਂ 38-39% ਹੋ ਗਈ। ਬੀਜੇਪੀ ਦੀ ਟਿਕਟ ਤੇ ਸਨੀ ਦਿਓਲ ਉੱਥੇ ਜਿੱਤੇ ਸੀ। ਆਮ ਆਦਮੀ ਪਾਰਟੀ ਨੂੰ ਤਾਂ ਬਹੁਤ ਨਿਗਾਰ ਦਾ ਸਾਹਮਣਾ ਕਰਨਾ ਪਿਆ, ਕਰੀਬ 20% ਤੋਂ 3-3.5% ਦੇ ਉੱਤੇ ਆ ਗਈ। ਤਾਂ ਇੱਕ ਚੀਜ਼ ਇੱਥੇ ਤੁਹਾਨੂੰ ਦੱਸ ਦਈਏ, ਗੁਰਦਾਸਪੁਰ ਦੇ ਵਿੱਚ ਲੋਕ ਸਭਾ ਚੋਣਾਂ ਦੇ ਦੌਰਾਨ ਜਿੱਤ ਹਾਸਲ ਕੀਤੀ ਸੀ ਸਨੀ ਦਿਓਲ ਨੇ, ਔਰ ਇੱਕ ਲੋਕ ਸਭਾ ਹਲਕੇ ਦੇ ਵਿੱਚ ਕਰੀਬ 9 ਸੀਟਾਂ ਹੁੰਦੀਆਂ ਨੇ ਵਿਧਾਨ ਸਭਾ ਦੀਆਂ। ਤਾਂ ਅਸੀਂ ਇੱਕ ਸੀਟ ਨੂੰ ਕੰਪੇਅਰ ਕਰਦੇ ਹਾਂ, ਯਾਨੀ ਕਿ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਗੁਰਦਾਸਪੁਰ ਦੇ ਲੋਕ ਸਭਾ ਹਲਕੇ 'ਚ ਹਰਗੋਬਿੰਦਪੁਰ ਹਲਕੇ ਦੇ ਵਿੱਚ ਕਿਹਨੂੰ ਕਿੰਨੀਆਂ ਵੋਟਾਂ ਪਈਆਂ ਨੇ, ਉਸ ਤਰੀਕੇ ਨਾਲ ਅਸੀਂ ਕੰਪੇਅਰ ਕਰਦੇ ਹਾਂ। ਸੁਣਵਾਉਂਦੇ ਹਾਂ ਤੁਹਾਨੂੰ ਸ਼੍ਰੀ ਹਰਗੋਬਿੰਦਪੁਰ ਵਿਧਾਨ ਸਭਾ ਹਲਕੇ ਦੇ ਲੋਕ ਕੀ ਕਹਿ ਰਹੇ। ਸਰਕਾਰ ਕੋਈ ਬਣ ਜੇ, ਕਿਸੇ ਕੋਈ ਵੀ ਪਾਰਟੀ ਬਣ ਜੇ, ਬਣੇ ਚੰਗੀ। ਦੇਖੋ ਜੀ, ਝਾੜੂ ਤੇ ਵੀ ਲੱਗੀ ਹੈ, ਤਕੜੀ ਦੀ ਵੀ ਲੱਗੀ ਹੈ। ਆਮ ਬੰਦੇ ਤਾਂ ਜੇ ਮੇਰੇ ਨਾਲ ਤਕੜੀ ਵਾਲੇ ਹੁੰਦੇ ਆ। ਐਤਕਾ ਤੇ ਵੈਸੇ ਸਾਨੂੰ ਕਹਿ ਰਹੇ ਆ ਸਾਰੇ ਵੀ ਝਾੜੂ ਵਾਲੇ ਦਾ ਜ਼ਿਆਦਾ ਜ਼ੋਰ ਆ ਜੀ ਇੱਧਰ, ਤੇ ਆਮ ਆਦਮੀ ਪਾਰਟੀ ਹੀ ਹੋਣੀ ਚਾਹੀਦੀ। ਅਸੀਂ ਤੇ ਕਹਿੰਦੇ ਵੀ ਅਕਾਲੀ ਦਲ ਸਰਕਾਰ ਆ ਜੀ, ਇੱਕ ਵਾਰੀ ਸਾਨੂੰ ਪਤਾ ਲੱਗ ਗਿਆ, ਫੇਰ ਅੱਗੇ ਵੀ ਪਹਿਲਾਂ ਬਾਦਲ ਸਰਕਾਰ ਹੈਗੀ ਤੇ ਗਰੀਬਾਂ ਨੂੰ ਬੜੀਆਂ ਸਹੂਲਤਾਂ ਮਿਲੀਆਂ। ਹੁਣ ਜਨਤਾ ਜਿਹੜੀ ਉਹਨੇ ਮਨ ਬਣਾਇਆ ਇਸ ਹਲਕੇ ਦੇ ਨੇ ਕਿ ਇਸ ਵਾਰ ਫੇਰ ਬਾਦਲ ਸਰਕਾਰ। ਹੁਣ ਅੱਗੇ ਵਧਦੇ ਅਗਲੀ ਸੀਟ ਦਾ ਰੁਖ ਕਰਦੇ ਹਾਂ ਤੇ ਗੱਲ ਹੋਵੇਗੀ ਮਾਝੇ ਦੀ ਇੱਕ ਹੋਰ ਸੀਟ ਦਾ। ਸੀਟ ਹੈ ਰਾਜਾ ਸਾਂਸੀ ਦੀ। ਰਾਜਾ ਸਾਂਸੀ ਦੇ ਵਿੱਚ ਕੀ ਕੁਝ ਸਮੀਕਰਨ ਨੇ, ਕਿਹੜੇ ਉਮੀਦਵਾਰ ਨੇ, ਔਰ 2017 ਤੇ 19 ਦੇ ਕੀ ਅੰਕੜੇ ਨੇ ਤੁਹਾਨੂੰ ਦੱਸਾਂਗੇ। ਸ਼ੁਰੂਆਤ ਮੈਂ ਉਮੀਦਵਾਰਾਂ ਦੇ ਨਾਲ ਕਰਨ ਜਾ ਰਿਹਾ। ਵੀਰ ਸਿੰਘ ਲੋਪੋਕੇ ਇਥੋਂ ਸ਼੍ਰੋਮਣੀ ਅਕਾਲੀ ਦਲ ਨੇ ਉਮੀਦਵਾਰ ਬਣਾਇਆ ਉਹਨਾਂ ਨੂੰ। ਉਸ ਤੋਂ ਬਾਅਦ ਸੁਖਵਿੰਦਰ ਸਿੰਘ ਸੁਖ ਸਰਕਾਰੀਆ ਇਸ ਸੀਟ ਤੋਂ ਆਉਂਦੇ ਨੇ। ਕੈਬਨਿਟ ਮੰਤਰੀ ਨੇ, ਕੈਪਟਨ ਦੇ ਖਿਲਾਫ ਆਵਾਜ਼ ਬੁਲੰਦ ਕਰਨ ਵਾਲਾ ਇੱਕ ਚਿਹਰਾ ਹੈ ਮਾਝੇ ਦਾ, ਔਰ ਮਾਝੇ 'ਚ ਮੰਤਰੀ ਕਈ ਬਣੇ, ਉਹਨਾਂ ਦੇ ਵਿੱਚੋਂ ਇੱਕ ਸੁਖ ਸਰਕਾਰੀਆ ਵੀ ਸੀ। ਕਾਂਗਰਸ ਨੇ ਇੱਕ ਵਾਰ ਫਿਰ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ। ਬਲਦੇਵ ਸਿੰਘ ਆਮ ਆਦਮੀ ਪਾਰਟੀ ਦੇ, ਜਦਕਿ ਮੁਖਵਿੰਦਰ ਸਿੰਘ PLC, ਯਾਨੀ ਜਿਹੜਾ ਬੀਜੇਪੀ ਦਾ ਗਠਜੋੜ ਹੈ, PLC ਪੰਜਾਬ ਲੋਕ ਕਾਂਗਰਸ ਹੈ, ਤੇ ਕੈਪਟਨ ਅਮਰਿੰਦਰ ਸਿੰਘ ਵਾਲੀ ਪਾਰਟੀ ਹੈ, ਜਿੱਥੋਂ ਚੋਣ ਮੈਦਾਨ ਦੇ ਵਿੱਚ ਮੁਖਵਿੰਦਰ ਸਿੰਘ ਨੂੰ ਉਤਾਰਿਆ ਗਿਆ। ਇਹ 2017 ਦਾ ਅੰਕੜਾ ਤੁਹਾਡੀ ਟੀਵੀ ਸਕਰੀਨ ਦੇ ਉੱਤੇ। ਇੱਥੇ ਜਿੱਤ ਹਾਸਲ ਕਰਨ ਦੇ ਵਿੱਚ ਕਾਂਗਰਸ ਦੇ ਵਿਧਾਇਕ ਬਣਨ ਦੇ ਵਿੱਚ ਕਾਮਯਾਬ ਰਹੇ ਸੁਖਵਿੰਦਰ ਸਿੰਘ ਸੁਖ ਸਰਕਾਰੀਆ, ਜੋ ਕੈਬਨਿਟ ਮੰਤਰੀ ਵੀ ਰਹੇ ਨੇ 5 ਸਾਲ, ਔਰ ਵੋਟਾਂ ਦਾ ਫਰਕ ਸੀ ਕਰੀਬ 5700। ਬਹੁਤ ਵੱਡੀ ਜਿੱਤ ਨਹੀਂ ਹੈ, ਪਰ 5000 ਤੋਂ ਜ਼ਿਆਦਾ ਇੱਕ ਕਨਵਿੰਸਿੰਗ ਜਿੱਤ ਜ਼ਰੂਰ ਕਹੀ ਜਾ ਸਕਦੀ ਹੈ। ਕਰੀਬ 45% ਵੋਟਾਂ ਇਹਨਾਂ ਨੂੰ ਹਾਸਲ ਹੋਈਆਂ ਸੀ। ਆਮ ਆਦਮੀ ਪਾਰਟੀ ਦੀ ਇਸ ਸੀਟ ਦੇ ਉੱਤੇ ਜ਼ਮਾਨਤ ਜ਼ਬਤ ਹੋ ਗਈ ਸੀ ਜਦੋਂ ਜਗਜੋਤ ਸਿੰਘ ਢਿੱਲੋਂ ਉੱਥੇ ਖੜੇ ਸਨ, ਜਦਕਿ ਦੂਜੇ ਨੰਬਰ ਦੇ ਉੱਤੇ ਵੀਰ ਸਿੰਘ ਲੋਪੋਕੇ, ਜੋ ਇਸ ਵਾਰ ਵੀ ਅਕਾਲੀ ਦਲ ਦੇ ਉਮੀਦਵਾਰ ਨੇ, ਚੋਣ ਮੈਦਾਨ ਦੇ ਵਿੱਚ ਸੀ। ਹੁਣ ਅੱਗੇ ਵਧਦੇ ਹਾਂ ਤੇ ਦਿਖਾਵਾਂਗੇ 2017 ਤੇ 2019 ਨੂੰ ਕੰਪੇਅਰ ਕਰਕੇ। 2017 ਦੇ ਵਿੱਚ ਜਦੋਂ ਇੱਥੇ ਰਾਜਾ ਸਾਂਸੀ ਦੇ ਵਿੱਚ ਵਿਧਾਇਕ ਚੁਣੇ ਜਾਂਦੇ ਨੇ, ਸੁਖ ਸਰਕਾਰੀਆ ਤਾਂ ਕਰੀਬ 45% ਵੋਟ ਪਈ। ਅੰਮ੍ਰਿਤਸਰ ਜਦੋਂ ਲੋਕ ਸਭਾ ਹਲਕੇ ਦੀਆਂ ਚੋਣਾਂ ਹੋਈਆਂ 2019 ਚ, ਤਾਂ ਉਹ ਕਰੀਬ 57% ਪਹੁੰਚ ਗਈ। ਕਰੀਬ 12% ਦਾ ਉਛਾਲ ਮਿਲਿਆ ਵੋਟਿੰਗ ਪਰਸੈਂਟੇਜ ਦੇ ਵਿੱਚ। ਅਕਾਲੀ ਦਲ ਦੀ ਵੋਟ 41 ਤੋਂ 34 ਰਹਿ ਗਈ, ਆਮ ਆਦਮੀ ਪਾਰਟੀ ਦੀ 10 ਤੋਂ 2% ਦੇ ਕਰੀਬ ਰਹਿ ਗਈ। ਅੰਮ੍ਰਿਤਸਰ ਲੋਕ ਸਭਾ ਹਲਕੇ ਦੇ ਵਿੱਚ ਜਿੱਤ ਹਾਸਲ ਕਿਸਨੇ ਕੀਤੀ? ਗੁਰਜੀਤ ਔਜਲਾ ਨੇ। ਇੱਥੇ ਜਿੱਤਣ ਦੇ ਵਿੱਚ ਕਾਮਯਾਬ ਰਹੇ ਸੀ ਗੁਰਜੀਤ ਔਜਲਾ, ਔਰ ਕਾਂਗਰਸ ਦੇ ਇੱਥੇ MP ਚੁਣੇ ਗਏ ਸਨ, ਔਰ ਅੰਕੜੇ ਵੀ ਤੁਹਾਨੂੰ ਦੱਸਣ ਦੇ ਲਈ ਕਾਫੀ ਨੇ ਕਿ ਜਿਸ ਤਰੀਕੇ ਨਾਲ ਵੋਟ ਬੈਂਕ ਵਧਿਆ ਰਾਜਾ ਸਾਂਸੀ ਵਿਧਾਨ ਸਭਾ ਹਲਕੇ ਦੇ ਵਿੱਚ। ਸੁਣਵਾਉਂਦੇ ਹਾਂ ਤੁਹਾਨੂੰ ਕੀ ਕੁਝ ਕਹਿ ਰਹੇ ਨੇ ਰਾਜਾ ਸਾਂਸੀ ਹਲਕੇ ਦੇ ਲੋਕ। ਇਸ ਸਾਲ ਸਰ ਤੋਂ ਪਹਿਲਾਂ ਮੁੱਦਾ ਸਿੱਖਿਆ ਦਾ, ਸਾਡਾ ਸਕੂਲ ਜਿਹੜਾ ਵਾ ਨੋਨ ਮੈਡੀਕਲ ਹੋਣਾ ਚਾਹੀਦਾ। ਇੱਕ ਹਸਪੀਟਲ ਜੋ ਐਮਰਜੈਂਸੀ ਸੇਵਾਵਾਂ 24 ਘੰਟੇ ਚਾਹੀਦੀਆਂ ਵਾ, ਡਾਕਟਰ ਅਵੇਲੇਬਲ ਹੋਣੇ ਚਾਹੀਦੇ ਆ। ਬੇਰੁਜ਼ਗਾਰੀ ਖਤਮ ਕੀਤੀ ਜਾਵੇ। ਸਭ ਤੋਂ ਮੇਨ ਮੁੱਦਾ ਜੋ ਅੱਜ ਕੱਲ੍ਹ ਚੱਲ ਰਿਹਾ ਨਸ਼ੇ ਦਾ, ਉਹ ਖਤਮ ਕੀਤਾ ਜਾਵੇ। ਮੁੱਦੇ ਸਾਰੇ ਇੱਥੇ ਹੈਗੇ, ਇੱਕ ਐਜੂਕੇਸ਼ਨ ਦਾ, ਕੋਈ ਸਕੂਲ, ਕੋਈ ਕਾਲਜ ਕੋਈ ਵਧੀਆ ਨਹੀਂ ਹੈਗਾ। ਲੋਕਾਂ ਨੂੰ ਬਾਹਰ ਜਾਣਾ ਪੈਂਦਾ, ਅੰਮ੍ਰਿਤਸਰ ਜਾਂ ਸਿਟੀ ਦੇ ਵਿੱਚ ਜਾਣਾ ਪੈਂਦਾ, ਥੋੜੀ ਮੁਸ਼ਕਲ ਆਉਂਦੀ ਆ। ਇੱਥੋਂ ਸਰ ਮੁੱਦੇ ਸਭ ਤੋਂ ਪਹਿਲਾਂ ਇਹ ਨੌਜਵਾਨ ਵਾਸਤੇ ਵੀ ਨੌਜਵਾਨ ਪੀੜ੍ਹੀ ਜਿੰਨਾ ਉੱਪਰ ਉੱਠ ਰਹੀ ਆ, ਤੇ ਉਹਨੂੰ ਜਿਹੜੀ ਆ ਉਹਦੇ ਸਟੱਡੀ ਦੇ ਮੁਤਾਬਕ ਜਿਹੜੀ ਇਹ ਨੌਕਰੀ ਉਹ ਨਹੀਂ ਮਿਲ ਪਾ ਰਹੀ, ਜਿਹਦੇ ਆਮ ਆਦਮੀ ਪਾਰਟੀ ਨੂੰ।
ਹੁਣ ਅੱਗੇ ਵਧਦੇ ਤੇ ਅੱਗੇ ਰੁਕ ਕਰਾਂਗੇ ਹੁਣ ਅਸੀਂ ਦੁਆਬੇ ਦੇ ਵਿੱਚ ਜਲੰਧਰ ਦੀ ਜਲੰਧਰ ਵੈਸਟ ਸੀਟ ਦਾ ਇਹ ਵੀ ਬਹੁਤ ਖਾਸ ਸੀਟ ਹੈ। ਕੌਣ ਉਮੀਦਵਾਰ ਨੇ, ਸਭ ਤੋਂ ਪਹਿਲਾਂ ਉਹਨਾਂ ਦੇ ਉੱਤੇ ਨਜ਼ਰ, ਕਿਉਂਕਿ ਇਹ ਸੀਟ ਬੀਐਸਪੀ ਦੇ ਖਾਤੇ ਦੀ ਸੀਟ ਹੈ ਔਰ ਸ਼੍ਰੋਮਣੀ ਅਕਾਲੀ ਦਲ ਬੀਐਸਪੀ ਦੇ ਗਠਜੋੜ ਦੇ ਵਿੱਚ ਬੀਐਸਪੀ ਦੇ ਕੋਲ ਸੀਟ ਗਈ ਹੈ। ਸੁਸ਼ੀਲ ਕੁਮਾਰ ਰਿੰਕੂ ਕਾਂਗਰਸ ਦੇ ਇੱਥੇ ਵਿਧਾਇਕ ਨੇ, ਇੱਕ ਵਾਰ ਫਿਰ ਤੋਂ ਚੋਣ ਮੈਦਾਨ ਦੇ ਵਿੱਚ ਉਹਨਾਂ ਨੂੰ ਉਤਾਰਿਆ ਗਿਆ, ਟਿਕਟ ਮਿਲੀ ਹੈ। ਸ਼ੀਤਲ ਅਨਗੁਰਲ ਜਿਹੜਾ ਆਮ ਆਦਮੀ ਪਾਰਟੀ ਦੇ ਚਿਹਰੇ ਨੇ, ਮਹਿੰਦਰਪਾਲ ਭਗਤ ਬੀਜੇਪੀ ਦੇ ਇੱਥੇ ਚਿਹਰੇ ਨੇ। ਖਾਸ ਇਹ ਹੈ ਕਿ ਸੁਸ਼ੀਲ ਕੁਮਾਰ ਰਿੰਕੂ ਚਰਚਾ ਦੇ ਵਿੱਚ ਰਹੇ ਨੇ ਪਿਛਲੇ ਕੁਝ ਸਮੇਂ ਦੇ ਵਿੱਚ ਔਰ ਜਿੱਤ ਵੀ ਇਹਨਾਂ ਨੇ 2017 ਚ ਹਾਸਲ ਕੀਤੀ ਸੀ। 2017 ਦੇ ਅੰਕੜੇ 17,000 ਤੋਂ ਜ਼ਿਆਦਾ ਵੋਟਾਂ ਦੇ ਨਾਲ ਸੁਸ਼ੀਲ ਕੁਮਾਰ ਰਿੰਕੂ ਉੱਥੇ ਜਿੱਤੇ ਸਨ। ਵੋਟਾਂ ਦੇਖਦੇ ਆ ਕਰੀਬ 54,000 ਵੋਟਾਂ ਪਈਆਂ, 50% ਦੇ ਨੇੜੇ। 50% ਜਦੋਂ ਵੋਟ ਕਿਸੇ ਨੂੰ ਚਲੇ ਜਾਵੇ ਤਾਂ ਉਹ ਤਕਰੀਬਨ ਜਿੱਤ ਉਹਨਾਂ ਦੀ ਫਾਈਨਲ ਹੋ ਜਾਂਦੀ ਹੈ। ਮਹਿੰਦਰਪਾਲ ਭਗਤ ਦੂਜੇ ਨੰਬਰ ਦੇ ਉੱਤੇ ਬੀਜੇਪੀ ਦੇ ਆਗੂ ਰਹੇ ਤੇ ਉਹਨਾਂ ਨੂੰ ਕਰੀਬ 33.5% ਵੋਟ ਪਈ। ਦਰਸ਼ਨ ਲਾਲ ਭਗਤ ਤੀਜੇ ਨੰਬਰ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਹੇ ਜਿਨ੍ਹਾਂ ਨੂੰ 14% ਹੀ ਵੋਟ ਪਈ। ਕੰਪੇਅਰ ਕਰੀਏ 2017 ਤੇ 19 ਦੇ ਵਿੱਚ ਜਲੰਧਰ ਲੋਕ ਸਭਾ ਹਲਕੇ ਦੇ ਵਿੱਚ ਆਉਂਦਾ ਜਲੰਧਰ ਪੱਛਮੀ ਔਰ ਜਿੱਥੇ 50% ਦੇ ਨੇੜੇ ਵੋਟ ਪਈ ਸੀ, ਤੁਸੀਂ ਦੇਖੋ 2017 ਦੇ ਵਿੱਚ ਉਹ ਥੋੜੀ ਘਟੀ, 43% ਦੇ ਕਰੀਬ ਆ ਗਈ, 44% ਦੇ ਕਰੀਬ। ਜਲੰਧਰ ਦੇ ਵਿੱਚ ਬੀਜੇਪੀ ਦੀ ਵੋਟ 33.5% ਤੋਂ ਵੱਧ ਕੇ 42% ਪਹੁੰਚ ਗਈ। ਆਮ ਆਦਮੀ ਪਾਰਟੀ ਦੀ 14% ਤੋਂ ਘਟ ਕੇ 2% ਤੋਂ ਵੀ ਹੇਠਾਂ ਪਹੁੰਚ ਗਈ। ਇਹ ਕੰਪੇਅਰ ਅਸੀਂ ਇਸ ਕਰਕੇ ਵੀ ਕਰਦੇ ਹਾਂ ਕਿਉਂਕਿ ਇਹ ਸਮਝਣ 'ਚ ਸਾਨੂੰ ਆਸਾਨੀ ਹੁੰਦੀ ਹੈ, ਸਾਰੇ ਦਰਸ਼ਕਾਂ ਨੂੰ ਆਸਾਨੀ ਹੋਏਗੀ ਕਿ 2017 ਤੋਂ ਅੱਗੇ ਵੱਧਦੇ ਸਮੀਕਰਨ ਕਿੰਨੇ ਕੁ ਬਦਲੇ ਨੇ। ਖੈਰ ਨੈਸ਼ਨਲ ਨਾਮ ਦੇ ਉੱਤੇ ਵੀ ਵੋਟਾਂ ਪੈਂਦੀਆਂ ਨੇ, ਇਹ ਅਸੀਂ ਬਾਰ-ਬਾਰ ਕਹਿ ਰਹੇ ਹਾਂ, ਪਰ 2019 ਦੇ ਵਿੱਚ ਕਿੰਨਾ ਖੁਦ ਨੂੰ ਬਚਾ ਸਕਿਆ ਵੋਟ ਬੈਂਕ ਉੱਥੇ ਦਾ ਵਿਧਾਇਕ, ਇਹ ਇੱਕ ਵੱਡਾ ਸਵਾਲ ਜ਼ਰੂਰ ਹੁੰਦਾ। ਸੁਣਾਉਂਦੇ ਹਾਂ ਤੁਹਾਨੂੰ ਜਲੰਧਰ ਪੱਛਮੀ ਦੇ ਲੋਕ ਕੀ ਕੁਝ ਕਹਿ ਰਹੇ। ਝਾੜੂ ਦੀ ਸਰਕਾਰ ਨੂੰ ਮੌਕਾ ਦੇਣਾ ਚਾਹੀਦਾ ਕਿਉਂਕਿ ਉਹਨਾਂ ਦੇ ਕੁਝ ਮੁੱਦੇ ਹੈਗੇ ਆ, ਜਿੱਦਾਂ ਮਤਲਬ ਕਿ ਪੜ੍ਹਾਈ ਆ, ਉਹ ਕਹਿ ਰਹੇ ਵੀ ਪੜ੍ਹਾਈ ਫ੍ਰੀ ਹੋਣੀ ਚਾਹੀਦੀ ਆ। ਹੋਰ ਵੀ ਕਈ ਤਰ੍ਹਾਂ ਦੇ ਸਿਸਟਮ ਉਹਨਾਂ ਨੇ ਦੱਸੇ ਆ। ਅੱਜ ਕਾਲੀਆਂ ਦੀ ਸਰਕਾਰ ਬਣਨੀ ਚਾਹੀਦੀ, ਪਰ ਇਹ ਮੰਨਦੇ ਉਹਨਾਂ ਨੇ ਬੇਅਦਬੀ ਕੀਤੀ, ਠੀਕ ਆ। ਜਿੰਨਾ ਟਾਈਮ ਉਹਨਾਂ ਦੀ ਸਰਕਾਰ ਆਈ ਹੈ ਕੋਈ ਧਰਨਾ ਨਹੀਂ ਲੱਗਿਆ, ਕੋਈ ਟਰਾਂਸਪੋਰਟਰ ਭੁੱਖਾ ਨਹੀਂ ਮਰਿਆ, ਠੀਕ ਆ। ਹੁਣ ਟਰਾਂਸਪੋਰਟਰ ਭੁੱਖੇ ਮਰਨ ਤੇ ਆ। ਪਰ ਮੈਂ 2022 ਦੀਆਂ ਚੋਣਾਂ ਦੇ ਵਿੱਚ ਆਪ ਸਰਕਾਰ ਨੂੰ ਦੇਖਣਾ ਚਾਹੁੰਦਾ ਹਾਂ। ਸਰ ਕਾਰਨ ਆ ਹੈ ਕਿ ਬਹੁਤ ਟਾਈਮ ਤੋਂ ਕਾਂਗਰਸ ਤੇ ਬੀਜੇਪੀ ਦੇਖ ਰਹੇ ਆ ਤੇ ਹਰ ਬੰਦਾ ਕੋਈ ਕੁਝ ਟਾਈਮ ਬਾਅਦ ਮਤਲਬ ਨਵਾਂ ਚਾਹੁੰਦਾ ਹੈ। ਆਮ ਆਦਮੀ ਪਾਰਟੀ ਦੀ। ਕਿਉਂ? ਮੁੱਦੇ ਕੀ ਹੋਣੇ ਚਾਹੀਦੇ? ਪਹਿਲੀ ਗੱਲ ਤਾਂ ਹੀ ਨਸ਼ਾ ਚੱਕਿਆ ਜਾਵੇ ਸਾਰਾ ਹੀ। ਹੁਣ ਅੱਗੇ ਵਧਦੇ ਤੇ ਤੁਹਾਨੂੰ ਹਲਕਾ ਦਿਖਾਵਾਂਗੇ ਦੁਆਬੇ ਦਾ ਇੱਕ ਹੋਰ ਸ਼ਾਮ 84 ਹਲਕਾ। ਇੱਥੇ ਕੌਣ ਚੋਣ ਮੈਦਾਨ ਦੇ ਵਿੱਚ ਆ ਉਹ ਵੀ ਤੁਹਾਨੂੰ ਦਿਖਾਣੇ ਆ ਤੁਹਾਡੀ ਟੀਵੀ ਸਕਰੀਨ ਦੇ ਉੱਤੇ। ਸ਼ਾਮ 84 ਦੇ ਵਿੱਚੋਂ ਅਕਾਲੀ ਦਲ ਦੇ ਵੱਲੋਂ ਅਕਾਲੀ ਦਲ ਬਸਪਾ ਦੇ ਹਿੱਸੇ ਦੀ ਸੀਟ ਹੈ, ਬਸਪਾ ਦੇ ਕੋਲ ਹੈ, ਬੀਐਸਪੀ ਦੇ ਕੋਲੇ ਸੀਟ ਹੈ ਤੇ ਉਸ ਸੀਟ ਦੇ ਉੱਤੇ ਤੁਹਾਨੂੰ ਦੱਸ ਦਈਏ ਕਿ ਮਹਿੰਦਰ ਸਿੰਘ ਸੰਦਰ ਨੂੰ ਉਤਾਰਿਆ ਗਿਆ ਚੋਣ ਮੈਦਾਨ ਦੇ ਵਿੱਚ ਬੀਐਸਪੀ ਦੇ ਵੱਲੋਂ। ਪਵਨ ਕੁਮਾਰ ਕਾਂਗਰਸ ਦੇ ਉਮੀਦਵਾਰ ਨੇ, ਡਾਕਟਰ ਰਵਜੋਤ ਸਿੰਘ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ। ਇਹ ਪਿਛਲੀ ਵਾਰੀ ਬਹੁਤ ਨੇੜੇ ਪਹੁੰਚ ਗਏ ਸੀ, ਜਿੱਤ ਦੇ ਹਾਸਲ ਨਹੀਂ ਕਰ ਸਕੇ ਜਿੱਤ। ਦੇਸ਼ ਰਾਜ ਧੁੱਗਾ ਇਹ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਉਮੀਦਵਾਰ ਨੇ। ਤੁਹਾਨੂੰ ਦਿਖਾਣੇ ਆ 2017 ਦੇ ਅੰਕੜੇ ਕੀ ਕੁਝ ਕਹਿੰਦੇ ਨੇ ਇਸ ਸੀਟ ਦੇ ਉੱਤੇ। 2017 ਦੇ ਵਿੱਚ ਇਸ ਸੀਟ ਦੇ ਉੱਤੇ ਪਵਨ ਕੁਮਾਰ ਨੇ ਜਿੱਤ ਹਾਸਲ ਕੀਤੀ ਸੀ, ਕਾਂਗਰਸ ਦੇ ਉਮੀਦਵਾਰ, ਔਰ ਕਰੀਬ 38% ਵੋਟਾਂ ਲੈਣ ਦੇ ਵਿੱਚ ਕਾਮਯਾਬ ਰਹੇ। ਡਾਕਟਰ ਰਵਜੋਤ ਜੋ ਮੈਂ ਜ਼ਿਕਰ ਕਰ ਰਿਹਾ ਸੀ ਕਿ ਜਿੱਤ ਦੇ ਬਹੁਤ ਨੇੜੇ ਪਹੁੰਚ ਗਏ ਸੀ ਪਰ 3800 ਵੋਟਾਂ ਦੇ ਨਾਲ ਹਾਰੀ ਗਏ। ਇੱਥੇ ਮਹਿੰਦਰ ਕੌਰ ਜੋਸ਼ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ ਅੱਗੇ ਵਧਦੇ ਹਾਂ ਤੇ ਤੁਹਾਨੂੰ 2017 ਤੇ 2019 ਦੇ ਵਿੱਚ ਜੋ ਕੰਪੈਰੀਜ਼ਨ ਆ ਉਹ ਕਰਕੇ ਦਿਖਾਣੇ ਆ। ਕਾਂਗਰਸ ਨੂੰ ਇੱਥੇ 2017 ਦੇ ਵਿੱਚ ਕਰੀਬ 38% ਵੋਟਾਂ ਪਈਆਂ ਸੀ, ਜੋ 2019 ਦੇ ਵਿੱਚ ਥੋੜੀ ਜਿਹੀ ਘਟੀ ਵੋਟ ਪਰਸੈਂਟੇਜ 36% ਦੇ ਉੱਤੇ ਪਹੁੰਚ ਗਈ। ਆਮ ਆਦਮੀ ਪਾਰਟੀ ਨੂੰ ਬਹੁਤ ਨੁਕਸਾਨ ਹੋਇਆ, ਕਰੀਬ 34.5% ਜਾਂ 35% ਵੋਟ ਤੁਸੀਂ ਕਹਿ ਸਕਦੇ ਹੋ ਕਰੀਬ ਉਹ ਘਟ ਕੇ 11% ਦੇ ਉੱਤੇ ਪਹੁੰਚ ਗਈ। ਔਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਵੋਟ ਬੈਂਕ ਸੁਧਰੀ। ਸ਼੍ਰੋਮਣੀ ਅਕਾਲੀ ਦਲ ਨੇ ਇੱਥੇ 20% ਜਿਹੜਾ ਵੋਟ ਹਾਸਲ ਕੀਤਾ ਸੀ 2017 ਦੇ ਵਿੱਚ, ਉਹ ਵੱਧ ਕੇ 32% ਤੋਂ ਜ਼ਿਆਦਾ ਪਹੁੰਚ ਗਿਆ। ਤਾਂ ਇਸ ਤਰੀਕੇ ਨਾਲ ਸ਼ਾਮ 84 ਦੇ ਸਮੀਕਰਨ ਰਹੇ ਨੇ। ਹੁਣ ਦੇਖਣਾ ਹੋਵੇਗਾ ਕਿ ਇਸ ਵਾਰ ਦੀਆਂ ਚੋਣਾਂ 2022 ਦੇ ਇਲੈਕਸ਼ਨ ਦੇ ਵਿੱਚ ਸ਼ਾਮ 84 ਚ ਕੀ ਸਮੀਕਰਨ ਰਹਿੰਦੇ ਨੇ। ਇਸ ਬੁਲੇਟਿਨ ਦੇ ਵਿੱਚ ਫਿਲਹਾਲ ਦੇ ਲਈ ਨਹੀਂ, ਇਜਾਜ਼ਤ ਦਿਓ, ਧੰਨਵਾਦ।